students, welcome to Punjabi class of plus 2. Dear students, एक कहानी बर्फ ਦਾ ਦਾਨਵ ਜੋ ਕਿ ISC ਬੋਰਡ ਦੁਆਰਾ ਪ੍ਰਵਾਨਿਤ ਪੁਸਤਕ ਕਥਾ ਸੰਗਮ ਦੇ ਸਫਾ 74 ਦੇ ਉੱਪਰ ਦਰਜ ਹੈ ਅਤੇ ਜਸਬੀਰ ਭੁੱਲਰ ਜੀ ਦੇ ਕਲਮ ਦੀ ਸ਼ਾਹਕਾਰ ਰਚਨਾ ਹੈ ਦੀ 4th ਵੀਡੀਓ ਹੈ। ਇਸ ਵੀਡੀਓ ਵਿੱਚ ਅਸੀਂ ਕਹਾਣੀ ਬਰਫ ਦਾ ਦਾਨਵ ਦੇ ਸਫਾ 80 ਤੋਂ ਲੈ ਕੇ 82 ਤੱਕ ਰੀਡਿੰਗ ਕਰਾਂਗੇ। ਪਰ ਇਸ ਤੋਂ ਪਹਿਲਾਂ ਅਸੀਂ ਪਹਿਲੀਆਂ 3 ਵੀਡੀਓਜ਼ ਵਿੱਚ ਕੀਤੇ ਕੰਮ ਨੂੰ ਦੁਹਰਾਵਾਂਗੇ। ਹਾਂਜੀ ਸਟੂਡੈਂਟਸ, ਇਸ ਤੋਂ ਪਹਿਲਾਂ ਅਸੀਂ ਇਸ ਕਹਾਣੀ ਨੂੰ ਡੀਅਰ ਸਟੂਡੈਂਟਸ, ਹੁਣ ਤੱਕ ਅਸੀਂ ਇਸ ਕਹਾਣੀ ਵਿੱਚ ਪੜ੍ਹ ਚੁੱਕੇ ਹਾਂ ਕਿ ਇਹ ਕਹਾਣੀ ਸਿਆਚਿਨ ਗਲੇਸ਼ੀਅਰ ਦੇ ਉੱਪਰ ਲੜ ਰਹੇ ਸੈਨਿਕਾਂ ਦੇ ਸਾਹਸ, ਸਿਰੜ ਅਤੇ ਸੰਘਰਸ਼ ਨੂੰ ਬਿਆਨ ਕਰਦੀ ਹੈ। ਇਸ ਕਹਾਣੀ ਦਾ ਮੁੱਖ ਪਾਤਰ ਸੂਬੇਦਾਰ ਪੂਰਨ ਸਿੰਘ ਹੈ। ਕਹਾਣੀ ਦੇ ਆਰੰਭ ਵਿੱਚ ਪ੍ਰਤੱਖ ਹੁੰਦਾ ਹੈ ਕਿ ਸਿਆਚਿਨ ਗਲੇਸ਼ੀਅਰ ਦੇ ਉੱਪਰ ਝੱਖੜ ਬਹੁਤ ਮੂੰਹਜ਼ੋਰ ਸੀ ਅਤੇ ਸਿਆਚਿਨ ਗਲੇਸ਼ੀਅਰ ਦੇ ਉੱਪਰ ਬਰਫ਼ ਦੇ ਅੰਬਰ ਤੱਕ ਫੈਲੇ ਹੋਏ ਸਨ। ਇਸੇ ਗਲੇਸ਼ੀਅਰ ਦੇ ਉੱਪਰ ਇੱਕ ਬਰਫ਼ ਦਾ ਟਿੱਬਾ ਸਾਹ ਲੈ ਰਿਹਾ ਪ੍ਰਤੀਤ ਹੁੰਦਾ ਸੀ। ਅਸਲ ਵਿੱਚ ਇਸ ਬਰਫ਼ ਦੇ ਟਿੱਬੇ ਦੇ ਹੇਠਾਂ ਸੂਬੇਦਾਰ ਪੂਰਨ ਸਿੰਘ ਨੱਪਿਆ ਹੋਇਆ ਸੀ ਤੇ ਅਚਾਨਕ ਇਹ ਬਰਫ਼ ਦਾ ਟਿੱਬਾ ਜਦੋਂ ਤਿੜਕ ਜਾਂਦਾ ਹੈ ਤਾਂ ਇਸ ਦੇ ਵਿੱਚੋਂ ਸੂਬੇਦਾਰ ਪੂਰਨ ਸਿੰਘ ਦੀ ਵਿਸ਼ਾਲ ਦੇਹ ਬਾਹਰ ਆਉਂਦੀ ਹੈ। ਸੂਬੇਦਾਰ ਪੂਰਨ ਸਿੰਘ ਗੋਠੜੀਆਂ ਮੁੱਦੀਆਂ ਮਾਰ ਕੇ ਬੈਠ ਜਾਂਦਾ ਹੈ ਤੇ ਫਿਰ ਕੁਝ ਸਾਹ ਸਾਵੇਂ ਹੋਣ ਤੇ ਆਪਣੇ ਸਰੀਰ ਤੇ ਮੁੱਕੀਆਂ ਮਾਰ ਕੇ ਲਹੂ ਨੂੰ ਹਰਕਤ ਦਿੰਦਾ ਹੈ ਤੇ ਫਿਰ ਉਹ ਤਣ ਕੇ ਖਲੋ ਜਾਂਦਾ ਹੈ ਤੇ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਹਿਮ ਮਾਨਵ ਆਪਣੇ ਚਿੱਟੇ ਰਾਜ ਭਾਗ ਤੇ ਨਜ਼ਰ ਮਾਰਨ ਲਈ ਉੱਠਿਆ ਹੋਵੇ। ਪਰ ਝੱਖੜ ਦੇ ਵੇਗ ਨਾਲ ਪੈਰ ਉਖੜਨ ਕਰਕੇ ਅਤੇ ਦਾਣਾ ਖੰਡ ਵਰਗੀ ਬਰਫ਼ ਨੂੰ ਮੂੰਹ ਤੇ ਵੱਜਣ ਕਰਕੇ ਇੱਕ ਘੂਰਨਾ ਪੁੱਟ ਕੇ ਤੂਫਾਨ ਵੱਲ ਪਿੱਠ ਕਰਕੇ ਬੈਠ ਜਾਂਦਾ ਹੈ। ਫਿਰ ਕੁਝ ਸੁਰਤ ਆਉਣ ਤੇ ਉਹ ਆਪਣੇ ਨਾਲ ਵਾਲੇ ਸੈਨਿਕਾਂ ਬਾਰੇ ਫਿਕਰਮੰਦ ਹੁੰਦਾ ਹੈ ਤੇ ਖੋਪਿਆਂ ਵਰਗੀਆਂ ਐਨਕਾਂ ਤੋਂ ਬਰਫ਼ ਸਾਫ਼ ਕਰਕੇ ਬਰਫ਼ ਤੇ ਵਿਛਿਆ ਦ੍ਰਿਸ਼ ਵੇਖਦਾ ਹੈ ਤੇ ਜਦ ਉਹ ਆਪਣੇ ਨੇੜੇ ਇੱਕ ਮਰਿਆ ਹੋਇਆ ਲਦਾਖੀ ਕਾਂ ਵੇਖਦਾ ਹੈ ਤਾਂ ਉਸ ਨੂੰ ਪ੍ਰਤੱਖ ਹੋ ਜਾਂਦਾ ਹੈ ਕਿ ਉਹ ਲਦਾਖੀ ਕਾਂ ਜਿਸ ਨੂੰ ਇਸ ਠੰਡ ਨਾਲ ਕਦੇ ਕੁਝ ਨਹੀਂ ਸੀ ਹੋਇਆ, ਜੇ ਉਹ ਜਿਉਂਦਾ ਨਹੀਂ ਹੈ ਤਾਂ 100 ਵਿਸਵੇ ਉਸ ਦੇ ਨਾਲ ਦੇ ਸਾਥੀ ਵੀ ਜਿਉਂਦੇ ਨਹੀਂ ਬਚੇ ਹਨ। ਇਸ ਤੋਂ ਬਾਅਦ ਲੇਖਕ ਨੇ ਇਹ ਜ਼ਾਹਰ ਕੀਤਾ ਹੈ ਕਿ ਸਿਆਚਿਨ ਗਲੇਸ਼ੀਅਰ ਉੱਪਰ ਪਲਟਣਾ ਦੀ ਅਦਲਾ ਬਦਲੀ ਮਿੱਥੀ ਤਰਤੀਬ ਅਨੁਸਾਰ ਹੁੰਦੀ ਰਹਿੰਦੀ ਸੀ। ਪਲਟਣਾ ਭਰੀਆਂ ਪੂਰੀਆਂ ਆਉਂਦੀਆਂ ਜ਼ਰੂਰ ਸਨ ਪਰ ਕਦੇ ਭਰੀਆਂ ਪੂਰੀਆਂ ਜਾਂਦੀਆਂ ਨਹੀਂ ਸਨ, ਕਿਉਂਕਿ ਗਲੇਸ਼ੀਅਰ ਬਰਫ਼ ਦਾ ਵਿਸ਼ਾਲ ਦਾਨਵ ਸੀ ਜੋ ਸੈਨਿਕਾਂ ਨੂੰ ਨਿਗਲਦਾ ਰਹਿੰਦਾ ਸੀ। ਗਲੇਸ਼ੀਅਰ ਦੇ ਉੱਪਰ ਬਿਲਾਫੋਂਡਲਾ ਤੇ ਜੈਕਐਲਆਈ ਨੇ ਮੋਰਚਾ ਸੰਭਾਲਿਆ ਹੋਇਆ ਸੀ ਤੇ ਡੋਗਰਾ ਦੀ ਅਲਫਾ ਕੰਪਨੀ ਨੇ ਬਿਲਾਫੋਂਡਲਾ ਦਾ ਚਾਰਜ ਸੰਭਾਲਣ ਪਿੱਛੋਂ ਉਹਨਾਂ ਨੂੰ ਵਿਹਲਿਆਂ ਕਰਨਾ ਸੀ। ਇਸ ਲਈ ਜੈਕਐਲਆਈ ਦੇ ਗਾਈਡਾਂ ਨਾਲ ਸੂਬੇਦਾਰ ਪੂਰਨ ਸਿੰਘ ਨੇ ਅਲਫਾ ਕੰਪਨੀ ਦੀਆਂ 3 ਟੋਲੀਆਂ ਨੂੰ ਆਪ ਰਵਾਨਾ ਕੀਤਾ ਸੀ। ਪਰ ਆਖਰੀ ਟੋਲੀ ਦੇ 5 ਸੈਨਿਕ ਅਲਫਾ ਕੰਪਨੀ ਦੇ ਕਮਾਂਡਰ ਸਮੇਤ ਬਰਫ਼ ਵਿੱਚ ਪਾੜ ਪੈਣ ਕਾਰਨ ਹਜ਼ਾਰਾਂ ਫੁੱਟ ਡੂੰਘੇ ਪਾੜ ਵਿੱਚ ਸਦਾ ਦੀ ਨੀਂਦ ਸੌਂ ਗਏ ਸਨ। ਪਰ ਇਸ ਵੇਲੇ ਸੱਥਰ ਵਿਛਾ ਕੇ ਬੈਠਣ ਦਾ ਵੇਲਾ ਨਹੀਂ ਸੀ, ਕਿਉਂਕਿ ਇਹਨਾਂ ਸੈਨਿਕਾਂ ਨਾਲੋਂ ਬਿਲਾਫੋਂਡਲਾ ਦੀ ਕਮਾਂਡ ਨੂੰ ਸੰਭਾਲਣਾ ਜ਼ਿਆਦਾ ਜ਼ਰੂਰੀ ਸੀ। ਪਰ ਪਲਟਨ ਦੇ ਕਮਾਨ ਅਫਸਰ ਕੋਲ ਕੋਈ ਵੀ ਵਾਧੂ ਅਫਸਰ ਨਹੀਂ ਸੀ। ਇਸ ਲਈ ਫਿਲਹਾਲ ਸੂਬੇਦਾਰ ਪੂਰਨ ਸਿੰਘ ਨੂੰ ਬਿਲਾਫੋਂਡਲਾ ਵਾਲੀ ਕੰਪਨੀ ਦੀ ਕਮਾਨ ਸੌਂਪ ਦਿੱਤੀ ਗਈ ਸੀ। ਸੂਬੇਦਾਰ ਪੂਰਨ ਸਿੰਘ ਆਪਣੀ ਟੋਲੀ ਨੂੰ ਲੈ ਕੇ ਜਿਸ ਵੇਲੇ ਤੁਰਿਆ ਤਾਂ ਉਸ ਵੇਲੇ ਗਲੇਸ਼ੀਅਰ ਦੇ ਉੱਪਰ ਬਿਲਕੁਲ ਚਾਨਣੀ ਰਾਤ ਸੀ। ਪਰ ਹੌਲੀ ਹੌਲੀ ਚੰਨ ਤਾਰੇ ਫਿੱਕੇ ਪੈ ਗਏ ਤੇ ਮੌਸਮ ਵਿਗੜ ਗਿਆ। ਇਸ ਤੋਂ ਪਹਿਲਾਂ ਕਿ ਉਹ ਤੂਫਾਨ ਤੋਂ ਬਚਣ ਬਾਰੇ ਸੋਚਦੇ, ਉਹਨਾਂ ਦੇ ਨੇੜੇ ਦੁਸ਼ਮਣ ਦੇ ਤੋਪਖਾਨੇ ਦਾ ਇੱਕ ਗੋਲਾ ਉਹਨਾਂ ਦੇ ਕੋਲ ਆ ਡਿੱਗਾ। ਉਹ ਯਕਦਮ ਬਰਫ਼ ਤੇ ਢਹਿ ਪੈਂਦੇ ਹਨ ਤੇ ਓਟਾਂ ਭਾਲਣ ਲਈ ਇੱਧਰ ਉੱਧਰ ਰੀਂਗਦੇ ਹਨ। ਸੂਬੇਦਾਰ ਪੂਰਨ ਸਿੰਘ ਆਪਣੀ ਸਟੇਨ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ
ਪੁਰਜੇ ਜਾਮ ਹੋਣ ਕਾਰਨ ਚੱਲਣ ਤੋਂ ਮੁਨਕਰ ਹੋ ਜਾਂਦੀ ਹੈ। ਫਿਰ ਉਹ ਵੇਖਦਾ ਹੈ ਕਿ ਉਸਦੇ ਕੁਝ ਜਵਾਨ ਗੋਲੀਆਂ ਦਾਗ ਰਹੇ ਸਨ, ਕੁਝ ਹਥਿਆਰਾਂ ਦੇ ਨਾ ਚੱਲਣ ਤੇ ਖਿੱਚ ਰਹੇ ਸਨ ਤੇ ਕੁਝ ਇਹਨਾਂ ਝਗੜਿਆਂ ਤੋਂ ਬੇਲਾਗ ਹੋ ਕੇ ਆਖਰੀ ਹਿਚਕੀ ਲੈ ਚੁੱਕੇ ਸਨ। ਸੂਬੇਦਾਰ ਪੂਰਨ ਸਿੰਘ ਦੁਸ਼ਮਣ ਦੀ ਹਰਕਤ ਵੇਖ ਕੇ ਉਹਨਾਂ ਵੱਲ ਇੱਕ ਗ੍ਰਨੇਡ ਸੁੱਟਦਾ ਹੈ, ਪਰ ਉਸੇ ਸਮੇਂ ਬਰਫ਼ ਦੀ ਪਹਾੜੀ ਤਿੜਕ ਕੇ ਰਿਬ ਵਾਂਗ ਵਗਦੀ ਬਰਫ਼ ਉਸਦੇ ਉੱਪਰ ਆ ਡਿੱਗਦੀ ਹੈ। ਉਹ ਬਰਫ਼ ਹੇਠ ਦੱਬਿਆ ਹੱਥ ਪੈਰ ਮਾਰਦਾ ਹੈ, ਜਿਸ ਨਾਲ ਉਸਦੇ ਸਾਹ ਲੈਣ ਜੋਗੀ ਥਾਂ ਬਣ ਜਾਂਦੀ ਹੈ। ਫਿਰ ਉਹ ਬਰਫ਼ ਤੋਂ ਬਾਹਰ ਆਉਂਦਾ ਹੈ ਤਾਂ ਮਰੇ ਹੋਏ ਲਦਾਖੀ ਕਾਂ ਨੂੰ ਵੇਖਦਾ ਹੈ, ਪਰ ਜਦੋਂ ਉਸਦੀ ਨਿਗਾਹ ਲਦਾਖੀ ਕਾਂ ਤੋਂ ਕੁਝ ਅਗਾਂਹ ਜਾਂਦੀ ਹੈ ਤਾਂ ਉਸਦਾ ਉਤਲਾ ਸਾਹ ਉੱਤੇ ਤੇ ਹੇਠਲਾ ਸਾਹ ਹੇਠਾਂ ਰਹਿ ਜਾਂਦਾ ਹੈ। ਉਹ ਆਪਣੇ ਜਵਾਨ ਸੈਨਿਕ ਸਾਥੀਆਂ ਦੀਆਂ ਲਾਸ਼ਾਂ ਨੂੰ ਵੇਖਦਾ ਹੈ, ਜੋ ਬਰਫ਼ ਹੇਠ ਦੱਬੀਆਂ ਬੇਤਰਤੀਬ ਕਬਰਾਂ ਵਾਂਗ ਜਾਪ ਰਹੀਆਂ ਸਨ। ਇਸ ਤਰ੍ਹਾਂ ਲੇਖਕ ਪ੍ਰਤੱਖ ਕਰਦਾ ਹੈ ਕਿ ਇਹ ਗਲੇਸ਼ੀਅਰ ਨਿਰੀ ਬਰਫ਼ ਨਹੀਂ ਸੀ, ਬਲਕਿ ਇਸ ਗਲੇਸ਼ੀਅਰ ਦੇ ਉੱਪਰ ਲਾਸ਼ਾਂ ਦੀ ਫਸਲ ਵੀ ਉਗਦੀ ਹੈ ਤੇ ਇਹ ਲਾਸ਼ਾਂ ਬਰਫ਼ ਦੀ ਰਜਾਈ ਤਾਣ ਕੇ ਹਮੇਸ਼ਾ ਲਈ ਬਰਫ਼ ਦਾ ਹਿੱਸਾ ਬਣ ਜਾਂਦੀਆਂ ਹਨ। ਡੀਅਰ ਸਟੂਡੈਂਟਸ, ਇਹ ਹੁਣ ਤੱਕ ਕੀਤੇ ਕੰਮ ਦਾ ਸਾਰ ਹੈ। ਹੁਣ ਅਸੀਂ ਇਸ ਵੀਡੀਓ ਵਿੱਚ ਸਫਾ ਨੰਬਰ 80, 81 ਅਤੇ 82 ਦੀ ਰੀਡਿੰਗ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਸਫਾ ਨੰਬਰ 80 ਦੇ ਡਿਫਿਕਲਟ ਵਰਡਸ ਮੀਨਿੰਗਸ ਦੇ ਉੱਪਰ ਚਰਚਾ ਕਰਾਂਗੇ। ਹਾਂਜੀ, ਫਸਟ ਵਰਡ ਨੇੜਲੀ ਭਾਵ ਕਿ ਲਾਗਲੀ। ਨੈਕਸਟ ਮੋਏ ਮਰੇ ਹੋਏ, ਸਿਰਹਾਣੇ ਸਿਰ ਵਾਲੇ ਪਾਸੇ। ਅਗਲਾ ਸ਼ਬਦ ਹੈ ਵਾਜਬ ਹੀ ਸੀ ਭਾਵ ਕਿ ਉਚਿਤ ਹੀ ਸੀ। ਨੈਕਸਟ ਵਰਡ ਇਜ਼ ਵਿਦਾਇਗੀ ਸਲੂਟ। ਵਿਦਾਇਗੀ ਸਲੂਟ ਤੋਂ ਭਾਵ ਇਹ ਹੈ ਕਿ ਆਖਰੀ ਸਲਾਮ ਜਾਂ ਆਖਰੀ ਸਲੂਟ। ਓਹਲਿਆ ਵਧਿਆ। ਨੈਕਸਟ ਵਰਡ ਹੈ ਅਲੂਵੇਂ ਚਿਹਰੇ ਨੂੰ, ਛੋਟੀ ਉਮਰ ਦਾ ਹੋਣਾ ਜਾਂ ਮਾਸੂਮ ਜਿਹਾ ਚਿਹਰਾ ਹੋਣਾ। ਲਾਸਟ ਵਰਡ ਹੈ ਸੰਸਿਆਂ ਨੂੰ। ਸੰਸਿਆਂ ਤੋਂ ਭਾਵ ਹੈ ਫਿਕਰ, ਡਰ ਜਾਂ ਮਨ ਦਾ ਹੌਕਾ। ਨੈਕਸਟ ਹੈ ਕਰੀਬ। ਕਰੀਬ ਭਾਵ ਕਿ ਨੇੜੇ। ਸੋ ਸਟੂਡੈਂਟਸ, ਇਹ ਸਨ ਡਿਫਿਕਲਟ ਵਰਡ ਮੀਨਿੰਗਸ। ਹੁਣ ਅਸੀਂ ਪੇਜ ਨੰਬਰ 80 ਦੀ ਰੀਡਿੰਗ ਕਰਾਂਗੇ। ਉਹ ਨੇੜਲੀ ਲਾਸ਼ ਕੋਲ ਚਲਾ ਗਿਆ, ਕੋਲ ਬੈਠ ਕੇ ਉਸ ਲਾਸ਼ ਦੇ ਚਿਹਰੇ ਤੋਂ ਬਰਫ਼ ਸਾਫ਼ ਕੀਤੀ ਤੇ ਉਹਦੇ ਚਿਹਰੇ ਵੱਲ ਝੁਕ ਗਿਆ, ਜਿਵੇਂ ਕੋਈ ਗੱਲ ਕਹਿ ਰਿਹਾ ਹੋਵੇ। ਅਗਲੇ ਪਲ ਉਹ ਉੱਠ ਖਲੋਤਾ ਤੇ ਰਾਈਫਲ ਚੁੱਕ ਕੇ ਮੋਏ ਸੈਨਿਕ ਦੇ ਸਿਰਹਾਣੇ ਵਾਲੇ ਪਾਸੇ ਪੁੱਠੀ ਰੱਖ ਦਿੱਤੀ। ਆਖਰੀ ਸਲੂਟ ਦੇਣ ਤੋਂ ਪਹਿਲਾਂ ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ ਚਾਹੀ ਤਾਂ ਉਹਨੂੰ ਸੈਨਿਕ ਦਾ ਨਾਮ ਹੀ ਯਾਦ ਨਾ ਆਇਆ। ਹਾਂਜੀ, ਇਹਨਾਂ ਸਤਰਾਂ ਨੂੰ ਪੜ੍ਹਨ ਤੋਂ ਬਾਅਦ ਇਹ ਪ੍ਰਤੱਖ ਹੁੰਦਾ ਹੈ ਕਿ ਜਦੋਂ ਸੂਬੇਦਾਰ ਪੂਰਨ ਸਿੰਘ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਬੇਤਰਤੀਬੀਆਂ ਕਬਰਾਂ ਵਾਂਗ ਦੇਖਦਾ ਹੈ ਤਾਂ ਫਿਰ ਉਹ ਸਭ ਤੋਂ ਪਹਿਲਾਂ ਆਪਣੇ ਲਾਗਲੀ ਇੱਕ ਲਾਸ਼ ਕੋਲ ਜਾਂਦਾ ਹੈ ਤੇ ਉਸ ਲਾਸ਼ ਦੇ ਕੋਲ ਰਾਈਫਲ ਨੂੰ ਪੁੱਠੀ ਕਰਕੇ ਰੱਖ ਦਿੰਦਾ ਹੈ। ਅਸਲ ਵਿੱਚ ਉਹ ਉਸ ਸੈਨਿਕ ਨੂੰ ਆਖਰੀ ਸਲੂਟ ਦੇਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਉਸ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਬਾਰੇ ਸੋਚਦਾ ਹੈ, ਪਰ ਉਸ ਨੂੰ ਸੈਨਿਕ ਦਾ ਨਾਮ ਹੀ ਯਾਦ ਨਹੀਂ ਆਉਂਦਾ। ਕਿਉਂ ਯਾਦ ਨਹੀਂ ਆਉਂਦਾ? ਕਿਉਂਕਿ ਉਹ ਸੈਨਿਕ ਅਲਫਾ ਦੀ ਡੋਗਰਾ ਕੰਪਨੀ ਦਾ ਸੈਨਿਕ ਸੀ ਤੇ ਸੂਬੇਦਾਰ ਪੂਰਨ ਸਿੰਘ ਨੂੰ ਉਸ ਦੇ ਨਾਮ ਬਾਰੇ ਕੋਈ ਜਾਣਕਾਰੀ ਨਹੀਂ ਸੀ। ਖੈਰ, ਉਸ ਦਾ ਜੋ ਵੀ ਨੰਬਰ ਸੀ, ਨਾਮ ਸੀ, ਉਹ ਬਿਨਾਂ ਕੁਝ ਜਾਣਿਆ ਸਮਝਿਆ ਬਹਾਦਰੀ ਨਾਲ ਲੜਿਆ ਤੇ ਮਰ ਗਿਆ। ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਨੂੰ ਲੜਦਿਆਂ ਹੋਇਆਂ ਨਹੀਂ ਸੀ ਵੇਖਿਆ, ਪਰ ਇੰਨੀ ਕੁ ਪ੍ਰਾਰਥਨਾ ਕਰਨੀ ਤਾਂ ਵਾਜਬ ਹੀ ਸੀ। ਜਦੋਂ ਸੂਬੇਦਾਰ ਪੂਰਨ ਸਿੰਘ ਨੂੰ ਉਸ ਸੈਨਿਕ ਦਾ ਨਾਮ ਯਾਦ ਨਹੀਂ ਆਉਂਦਾ ਤਾਂ ਫਿਰ ਉਹ ਇਹ ਮਹਿਸੂਸ ਕਰਦਾ ਹੈ ਕਿ ਭਾਵੇਂ ਉਸ ਸੈਨਿਕ ਦਾ ਨਾਮ ਉਸ ਨੂੰ ਯਾਦ ਨਹੀਂ ਹੈ ਤੇ ਜੋ ਵੀ ਉਸ ਸੈਨਿਕ ਦਾ ਨੰਬਰ ਸੀ, ਉਸ ਸੈਨਿਕ ਦੀ ਮਹਾਨਤਾ ਇਹ ਸੀ ਕਿ ਬੇਸ਼ੱਕ ਇਸ ਵਕਤ ਉਸ ਦੀ ਜੋ ਵੀ ਪਛਾਣ ਸੀ, ਉਹ ਬਿਨਾਂ ਕੁਝ ਸਮਝੇ
ਤੇ ਬਿਨਾਂ ਕੁਝ ਜਾਣੇ ਸੂਰਬੀਰਤਾ ਦੇ ਨਾਲ ਲੜਿਆ ਸੀ। ਉਸਨੇ ਦੇਸ਼ ਦੇ ਪ੍ਰਤੀ ਆਪਣਾ ਫਰਜ਼ ਨਿਭਾਇਆ ਸੀ ਤੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਸੀ। ਹੁਣ ਇੱਥੇ ਸਤਰਾਂ ਕਿ ਬਿਨਾਂ ਕੁਝ ਜਾਣੇ ਤਾਂ ਬਿਨਾਂ ਕੁਝ ਸਮਝੇ, ਇਸ ਤੋਂ ਭਾਵ ਇਹ ਹੈ ਕਿ ਉਹ ਸੈਨਿਕ ਆਪ ਨਹੀਂ ਲੜ ਰਿਹਾ ਸੀ, ਉਹ ਹੁਕਮ ਦਾ ਬੱਝਾ ਹੋਇਆ ਸੀ। ਉਸਨੂੰ ਜੋ ਹੁਕਮ ਦਿੱਤਾ ਗਿਆ ਸੀ ਉਸ ਦੇ ਮੁਤਾਬਕ ਉਹ ਵਿਰੋਧੀ ਸੈਨਿਕਾਂ ਦੇ ਵਿਰੁੱਧ ਲੜ ਰਿਹਾ ਸੀ। ਪਰ ਇਸ ਲੜਾਈ ਦਾ ਕਾਰਨ ਜਾਣੇ ਬਿਨਾਂ ਜਾਂ ਇਸ ਨੂੰ ਸਮਝੇ ਬਿਨਾਂ, ਭਾਵ ਕਿ ਕੋਈ ਵੀ ਸਵਾਲੀਆ ਚਿੰਨ੍ਹ ਲਗਾਏ ਬਿਨਾਂ ਉਸਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਆਪਣਾ ਫਰਜ਼ ਪੂਰਾ ਕੀਤਾ ਸੀ। ਇਸ ਲਈ ਸੂਬੇਦਾਰ ਪੂਰਨ ਸਿੰਘ ਬੇਸ਼ੱਕ ਉਸ ਸੈਨਿਕ ਦੀ ਪਛਾਣ ਤੋਂ ਵਾਕਫ ਨਹੀਂ ਸੀ, ਫਿਰ ਵੀ ਉਹ ਮਹਿਸੂਸ ਕਰਦਾ ਹੈ ਕਿ ਉਸ ਸੈਨਿਕ ਦੇ ਲਈ ਉਹ ਇੰਨੀ ਕੁ ਪ੍ਰਾਰਥਨਾ ਤਾਂ ਕਰ ਹੀ ਸਕਦਾ ਹੈ ਕਿ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ। ਉਹਨੇ ਸੈਨਿਕ ਦੀ ਲਾਸ਼ ਨੂੰ ਸਾਂਭਣ ਲਈ ਟੋਆ ਪੁੱਟਣ ਬਾਰੇ ਸੋਚਿਆ ਤੇ ਫਿਰ ਖਿਆਲ ਤਿਆਗ ਦਿੱਤਾ। ਅੱਜ ਤੋਂ ਪਹਿਲਾਂ ਵੀ ਮੋਇਆ ਲਈ ਕਦੀ ਕਿਸੇ ਨੇ ਟੋਆ ਨਹੀਂ ਸੀ ਪੁੱਟਿਆ। ਸੂਬੇਦਾਰ ਪੂਰਨ ਸਿੰਘ ਪਹਿਲਾਂ ਉਸ ਸੈਨਿਕ ਦੀ ਲਾਸ਼ ਨੂੰ ਸੰਭਾਲਣ ਦੇ ਲਈ ਬਰਫ਼ ਵਿੱਚ ਟੋਆ ਪੁੱਟਣ ਬਾਰੇ ਸੋਚਦਾ ਹੈ, ਪਰ ਫਿਰ ਉਸ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਇਸ ਸੈਨਿਕ ਤੋਂ ਪਹਿਲਾਂ ਵੀ ਕਈ ਸੈਨਿਕ ਇਸ ਗਲੇਸ਼ੀਅਰ ਦੇ ਉੱਪਰ ਮਰ ਚੁੱਕੇ ਹਨ ਤੇ ਉਹਨਾਂ ਗਲੇਸ਼ੀਅਰ ਦੇ ਉੱਪਰ ਮਰੇ ਸੈਨਿਕਾਂ ਲਈ ਕਦੀ ਕਿਸੇ ਨੇ ਟੋਆ ਪੁੱਟ ਕੇ ਉਹਨਾਂ ਦੀਆਂ ਲਾਸ਼ਾਂ ਨੂੰ ਸੰਭਾਲਿਆ ਨਹੀਂ ਸੀ। ਸੈਨਿਕਾਂ ਦੀਆਂ ਲਾਸ਼ਾਂ ਨੂੰ ਸਾਂਭਣ ਦਾ ਕੰਮ ਹੁਣ ਬਰਫ਼ ਦਾ ਸੀ। ਕਿਉਂਕਿ ਜਦੋਂ ਇਹ ਸੈਨਿਕ ਬਰਫ਼ ਦੇ ਉੱਪਰ ਸ਼ਹੀਦ ਹੋ ਜਾਂਦੇ ਸਨ ਤਾਂ ਫਿਰ ਇਹਨਾਂ ਦੀਆਂ ਲਾਸ਼ਾਂ ਨੂੰ ਕਿਸੇ ਹੋਰ ਸੈਨਿਕ ਦੁਆਰਾ ਸਾਂਭਣ ਦਾ ਕੰਮ ਨਹੀਂ ਕੀਤਾ ਜਾਂਦਾ ਸੀ, ਬਲਕਿ ਸੁਭਾਵਿਕ ਤੌਰ ਤੇ ਹੀ ਇਹ ਲਾਸ਼ਾਂ ਬਰਫ਼ ਦੀ ਭੇਂਟ ਚੜ੍ਹ ਜਾਂਦੀਆਂ ਸਨ ਤੇ ਬਰਫ਼ ਦਾ ਸਦੀਵੀ ਹਿੱਸਾ ਬਣ ਜਾਂਦੀਆਂ ਸਨ। ਉਹਨੇ ਵਿਦਾਇਗੀ ਸਲੂਟ ਦਿੱਤਾ ਤੇ ਅਗਲੇ ਸੈਨਿਕ ਦੀ ਲਾਸ਼ ਵੱਲ ਉਹਲਿਆ। ਹਰ ਇੱਕ ਦੀ ਲਾਸ਼ ਤੇ ਉਹਨੇ ਇੱਕੋ ਕਾਰਵਾਈ ਦੁਹਰਾਈ ਤੇ ਫਿਰ ਇੱਕ ਲਾਸ਼ ਉੱਤੇ ਝੁਕਿਆ ਹੀ ਰਹਿ ਗਿਆ। ਉਸ ਲਾਸ਼ ਦਾ ਅੱਧਾ ਸਿਰ ਹੀ ਗਾਇਬ ਸੀ। ਗੋਲੇ ਦਾ ਕੋਈ ਟੁਕੜਾ ਸਰੀਰ ਦਾ ਉਹ ਹਿੱਸਾ ਹੀ ਤੋੜ ਕੇ ਲੈ ਗਿਆ ਸੀ। ਉਹ ਫੇਰ ਵੀ ਉਸ ਅਲੂਮੇ ਚਿਹਰੇ ਨੂੰ ਪਛਾਣ ਸਕਦਾ ਸੀ। ਉਹ ਨਿਰਸੰਦੇਹ ਕੋਈ ਹੋਰ ਨਹੀਂ ਸੀ, ਜਿੰਦਰ ਸੀ। ਪਹਿਲੇ ਸੈਨਿਕ ਦੀ ਲਾਸ਼ ਤੋਂ ਬਾਅਦ ਸੂਬੇਦਾਰ ਪੂਰਨ ਸਿੰਘ ਅਗਲੇ ਸੈਨਿਕ ਕੋਲ ਜਾਂਦਾ ਹੈ ਤੇ ਪਹਿਲੇ ਸੈਨਿਕ ਵਾਂਗ ਹੀ ਉਸ ਨੂੰ ਵੀ ਆਖਰੀ ਸਲਾਮੀ ਦਿੰਦਾ ਹੈ ਤੇ ਉਸ ਦੇ ਕੋਲ ਰਾਈਫਲ ਨੂੰ ਪੁੱਠੀ ਉਸ ਦੇ ਸਿਰਹਾਣੇ ਗੱਡ ਦਿੰਦਾ ਹੈ। ਤੇ ਫਿਰ ਉਸ ਤੋਂ ਬਾਅਦ ਜਦੋਂ ਇੱਕ ਅਗਲੀ ਲਾਸ਼ ਦੇ ਕੋਲ ਜਾਂਦਾ ਹੈ ਤਾਂ ਉਸ ਲਾਸ਼ ਨੂੰ ਵੇਖ ਕੇ ਉਹ ਝੁਕਿਆ ਹੀ ਰਹਿ ਜਾਂਦਾ ਹੈ, ਕਿਉਂਕਿ ਇਹ ਉਹ ਲਾਸ਼ ਸੀ ਜਿਸ ਦੇ ਸਿਰ ਦਾ ਟੁਕੜਾ ਗੋਲੇ ਦੇ ਇੱਕ ਟੁਕੜੇ ਨੇ ਉਡਾ ਹੀ ਦਿੱਤਾ ਸੀ। ਪਰ ਇਸ ਦੇ ਬਾਵਜੂਦ ਵੀ ਉਸਨੇ ਇਹ ਪਛਾਣ ਲਿਆ ਸੀ ਕਿ ਇਹ ਲਾਸ਼ ਉਸਦੇ ਜਵਾਈ ਜਿੰਦਰ ਦੀ ਸੀ। ਜਿੰਨੀ ਦਿਨੀ ਉਹਨਾਂ ਦੀ ਪਲਟਣ ਨੂੰ ਗਲੇਸ਼ੀਅਰ ਤੇ ਜਾਣ ਦਾ ਹੁਕਮ ਮਿਲਿਆ ਸੀ, ਉਨੀ ਦਿਨੀ ਹੀ ਉਹ ਕੁਝ ਦਿਨਾਂ ਲਈ ਪਿੰਡ ਛੁੱਟੀ ਗਿਆ ਸੀ। ਧੀ ਹੁਣ ਨਿੱਕੀ ਨਹੀਂ ਸੀ, ਪਰ ਇੰਨੀ ਵੱਡੀ ਵੀ ਨਹੀਂ ਸੀ ਕਿ ਫਿਕਰ ਨੂੰ ਮੱਥੇ ਦੇ ਮੁੜਕੇ ਵਾਂਗ ਪੂੰਝ ਦੇਵੇ। ਸੂਬੇਦਾਰ ਪੂਰਨ ਸਿੰਘ ਨੇ ਉਦੋਂ ਧੀ ਦੇ ਸੰਸਿਆਂ ਨੂੰ ਆਪਣੀ ਦਲੀਲ ਨਾਲ ਮਾਰਨਾ ਚਾਹਿਆ ਸੀ। ਫਿਕਰ ਕਾਹਦਾ, ਬਰਫ਼ ਅੱਗ ਤਾਂ ਨਹੀਂ ਹੁੰਦੀ, ਫਿਰ ਮੈਂ ਵੀ ਕਿਹੜਾ ਜਿੰਦਰ ਤੋਂ ਕੋਈ ਦੂਰ ਬੈਠਾ ਹੋਇਆ ਹਾਂ। ਹੁਣ ਜਿੰਦਰ ਦੀ ਲਾਸ਼ ਕੋਲ ਬੈਠਿਆ ਹੋਇਆ, ਆਪਣੇ ਜਵਾਈ ਦੀ ਲਾਸ਼ ਕੋਲ ਬੈਠਿਆ ਹੋਇਆ ਸੂਬੇਦਾਰ ਪੂਰਨ ਸਿੰਘ ਨੂੰ ਯਾਦ ਆਉਂਦਾ ਹੈ ਕਿ ਜਦੋਂ ਉਹਨਾਂ ਦੀ ਪਲਟਣ ਨੂੰ ਗਲੇਸ਼ੀਅਰ ਤੇ ਜਾਣ ਦਾ ਹੁਕਮ ਮਿਲਿਆ ਸੀ ਤਾਂ ਉਹ ਕੁਝ ਦਿਨਾਂ ਵਾਸਤੇ ਆਪਣੇ ਪਿੰਡ ਗਿਆ ਸੀ ਤੇ ਜਦੋਂ ਆਪਣੀ ਧੀ ਨੂੰ ਮਿਲਿਆ ਤਾਂ ਉਸਨੇ ਕੀ ਮਹਿਸੂਸ ਕੀਤਾ ਸੀ ਕਿ ਹੁਣ ਉਹਦੀ ਧੀ ਨਿੱਕੀ ਨਹੀਂ ਸੀ, ਪਰ ਇੰਨੀ ਜ਼ਿਆਦਾ ਵੱਡੀ, ਭਾਵੇਂ ਇੰਨੀ ਵੀ ਪ੍ਰੌੜ ਨਹੀਂ ਸੀ ਕਿ ਉਹ ਆਪਣੇ ਮੱਥੇ ਤੇ ਉਸਦੇ ਘਰ ਵਾਲੇ ਜਿੰਦਰ ਤੇ ਪਿਓ ਨੂੰ ਲੈ ਕੇ ਜੋ ਫਿਕਰ ਦੇ ਭਾਵ ਸਨ ਉਹਨਾਂ ਨੂੰ ਲੁਕਾ ਸਕੇ। ਤੇ ਇਹਨਾਂ ਭਾਵਾਂ ਨੂੰ, ਇਹਨਾਂ ਚਿੰਤਾਵਾਂ ਦੇ ਭਾਵਾਂ ਨੂੰ, ਚਿੰਤਾ ਦੇ ਭਾਵਾਂ ਨੂੰ ਸੂਬੇਦਾਰ ਪੂਰਨ ਸਿੰਘ ਨੇ ਪੜ੍ਹ ਲਿਆ ਸੀ ਤੇ ਇਸ ਲਈ ਉਸਨੇ ਆਪਣੀ ਧੀ ਨੂੰ ਦਲੀਲ ਦਿੱਤੀ ਸੀ ਕਿ ਉਹ ਆਪਣੇ ਮਨ ਵਿੱਚੋਂ ਸੰਸੇ ਨੂੰ ਖਤਮ ਕਰ ਦੇਵੇ, ਕਿਉਂਕਿ ਉਹ ਹਮੇਸ਼ਾ ਜਿੰਦਰ ਦੇ ਨੇੜੇ ਹੀ ਹੋਵੇਗਾ, ਉਸ ਤੋਂ ਕੋਈ ਦੂਰ ਨਹੀਂ ਹੋਵੇਗਾ। ਉਸ ਠੀਕ ਹੀ ਕਿਹਾ ਸੀ। ਉਸ ਵੇਲੇ ਉਹ ਇੰਨਾ ਕੁ ਕਰੀਬ ਬੈਠਾ ਹੋਇਆ ਸੀ ਕਿ ਆਪਣੀ ਧੀ ਦੇ ਸੁਹਾਗ ਦੀ ਲਾਸ਼ ਨੂੰ ਆਪਣੇ ਅੰਦਰ ਮਹਿਸੂਸ ਕਰ ਰਿਹਾ ਸੀ। ਤੇ ਇਸ ਤਰ੍ਹਾਂ ਜਦੋਂ ਸੂਬੇਦਾਰ ਪੂਰਨ ਸਿੰਘ ਨੂੰ ਆਪਣੀ ਧੀ ਨੂੰ ਕਹੇ ਹੋਏ ਸ਼ਬਦ ਯਾਦ ਆਉਂਦੇ ਹਨ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ
ਕਿ ਉਹ ਆਪਣੀ ਧੀ ਨੂੰ ਠੀਕ ਹੀ ਕਹਿ ਕੇ ਆਇਆ ਸੀ ਕਿ ਉਹ ਜਿੰਦਰ ਤੋਂ ਦੂਰ ਨਹੀਂ ਬੈਠਾ ਹੋਇਆ, ਤੇ ਅੱਜ ਸੱਚਮੁੱਚ ਹੀ ਉਹ ਆਪਣੇ ਜਵਾਈ ਦੀ ਲਾਸ਼ ਦੇ ਕਰੀਬ ਇੰਨਾ ਨੇੜੇ ਬੈਠਾ ਹੋਇਆ ਸੀ, ਇੰਨਾ ਨਜ਼ਦੀਕ ਬੈਠਾ ਹੋਇਆ ਸੀ ਕਿ ਉਸ ਨੂੰ ਆਪਣੇ ਜਵਾਈ ਦੀ ਲਾਸ਼ ਬਾਹਰ ਗਲੇਸ਼ੀਅਰ ਦੇ ਉੱਪਰ ਨਹੀਂ ਬਲਕਿ ਆਪਣੇ ਅੰਦਰ ਪਈ ਹੋਈ ਮਹਿਸੂਸ ਹੋ ਰਹੀ ਸੀ। ਹਾਂਜੀ ਸਟੂਡੈਂਟਸ, ਨਾਓ ਵੀ ਵਿਲ ਡਿਸਕਸ ਵਰਡ ਮੀਨਿੰਗਸ ਆਫ ਪੇਜ ਨੰਬਰ 81। ਬੇਵੱਸੀ ਭਾਵ ਕਿ ਲਾਚਾਰੀ। ਨੈਕਸਟ ਵਰਡ ਉੱਚੇ ਟਿੱਲੇ ਤੇ, ਉੱਚੀ ਥਾਂ ਤੇ, ਉੱਚੇ ਟਿੱਬੇ ਤੇ। ਪਿਛਾਂਹ ਭੌਂ ਕੇ, ਪਿੱਛੇ ਮੁੜ ਕੇ। ਨੈਕਸਟ ਵਰਡ ਇਜ਼ ਮੂੰਹ ਜ਼ੋਰ ਸੀ ਭਾਵ ਕਿ ਤੂਫਾਨ ਬਹੁਤ ਜ਼ਿਆਦਾ ਤੇਜ਼ ਸੀ। ਅਗਲਾ ਸ਼ਬਦ ਹੈ ਇੱਕ ਛਿਣ ਲਈ, ਥੋੜੇ ਜਿਹੇ ਸਮੇਂ ਲਈ ਜਾਂ ਇੱਕ ਪਲ ਲਈ। ਨੈਕਸਟ ਵਰਡ ਹੈ ਝੱਟਣ ਲੱਗ ਪਿਆ, ਹੱਥਾਂ ਨਾਲ ਸੁੱਟਣ ਲੱਗ ਪਿਆ। ਆਰ ਪਾਰ ਹੋ ਗਈ, ਸਰੀਰ ਵਿੱਚੋਂ ਦੀ ਆਰ ਪਾਰ ਲੰਘ ਗਈ। ਢੇਰੀ ਹੋ ਗਿਆ, ਮਰ ਗਿਆ। ਹਾਂਜੀ ਸਟੂਡੈਂਟਸ, ਹੁਣ ਅਸੀਂ ਪੇਜ 81 ਦੀ ਰੀਡਿੰਗ ਕਰਾਂਗੇ। ਤੋਪਾਂ ਬੰਦੂਕਾਂ ਦਾ ਘੋੜਾ ਦੱਬਣ ਵਾਲੇ ਹੱਥ ਸੈਨਿਕਾਂ ਦੇ ਜਿਸਮ ਨਾਲ ਜ਼ਰੂਰ ਲਟਕ ਰਹੇ ਸਨ, ਪਰ ਉਹਨਾਂ ਦੇ ਆਪਣੇ ਨਹੀਂ ਸਨ। ਉਹ ਆਪਣੇ ਹੱਥਾਂ ਦੀ ਬੇਵੱਸੀ ਤੇ ਖਿਝ ਗਿਆ। ਉਹਨੇ ਅੰਬਰ ਵੱਲ ਮੂੰਹ ਕਰਕੇ ਉੱਚੀ ਸਾਰੀ ਗਾਲ ਕੱਢੀ, ਪਰ ਉੱਥੇ ਸੁਣਨ ਵਾਲਾ ਕੌਣ ਸੀ? ਸੋ ਇਹਨਾਂ ਸਤਰਾਂ ਤੋਂ ਭਾਵ ਇਹ ਹੈ ਕਿ ਸਿਆਚਿਨ ਗਲੇਸ਼ੀਅਰ ਦੇ ਉੱਪਰ ਜਿਹੜੇ ਸੈਨਿਕਾਂ ਦੇ ਹੱਥ ਉਹਨਾਂ ਦੇ ਸਰੀਰ ਨਾਲ ਸਨ ਅਤੇ ਇਹ ਹੱਥ ਤੋਪਾਂ ਤੇ ਬੰਦੂਕਾਂ ਚਲਾ ਰਹੇ ਸਨ। ਇਹ ਹੱਥ ਬੇਸ਼ੱਕ ਉਹਨਾਂ ਦੇ ਸਰੀਰ ਨਾਲ ਸਨ, ਪਰ ਇਹ ਹੱਥ ਉਹਨਾਂ ਦੇ ਵੱਸ ਵਿੱਚ ਨਹੀਂ ਸਨ, ਭਾਵ ਕਿ ਹੁਕਮ ਦੇਣ ਵਾਲਾ ਕੋਈ ਹੋਰ ਸੀ। ਸੋ ਇਸ ਤਰ੍ਹਾਂ ਸੈਨਿਕਾਂ ਦੇ ਹੱਥ ਬੇਵੱਸ ਸਨ, ਉਹਨਾਂ ਦੇ ਹੱਥ ਸਨ ਪਰ ਉਹਨਾਂ ਦੇ ਆਪਣੇ ਕਾਬੂ ਵਿੱਚ ਨਹੀਂ ਸਨ। ਸੂਬੇਦਾਰ ਪੂਰਨ ਸਿੰਘ ਇਹ ਲਾਚਾਰੀ ਤੇ ਬੇਵੱਸੀ ਨੂੰ ਮਹਿਸੂਸ ਕਰਕੇ ਉਸ ਦੇ ਅੰਦਰ ਇੱਕ ਟੀਸ ਉੱਠਦੀ ਹੈ ਤੇ ਇਸ ਲਈ ਉਹ ਆਪਣੇ ਮਨ ਦੇ ਗੁਬਾਰ ਨੂੰ ਕੱਢਣ ਲਈ ਅਸਮਾਨ ਵੱਲ ਮੂੰਹ ਕਰਕੇ ਉੱਚੀ ਸਾਰੀ ਗਾਲ ਕੱਢਦਾ ਹੈ, ਪਰ ਇਸ ਗਲੇਸ਼ੀਅਰ ਦੀ ਸੁਨਸਾਨ ਥਾਂ ਤੇ ਉਸ ਦੀ ਇਸ ਗਾਲ ਨੂੰ ਸੁਣਨ ਵਾਲਾ ਕੋਈ ਨਹੀਂ ਸੀ। ਉਹ ਬਰਫ਼ ਦੇ ਇੱਕ ਉੱਚੇ ਟਿੱਲੇ ਤੇ ਜਾ ਚੜਿਆ ਤੇ ਫਿਰ ਲਗਾਤਾਰ ਉੱਚੀ ਉੱਚੀ ਗਾਲਾਂ ਕੱਢੀ ਗਿਆ। ਉਹਦੀਆਂ ਸਾਰੀਆਂ ਦੀਆਂ ਸਾਰੀਆਂ ਗਾਲਾਂ ਬਰਫੀਲੇ ਤੂਫਾਨ ਦੀਆਂ ਆਵਾਜ਼ਾਂ ਵਿੱਚ ਗਵਾਚ ਗਈਆਂ। ਇਸ ਤੋਂ ਬਾਅਦ ਸੂਬੇਦਾਰ ਪੂਰਨ ਸਿੰਘ ਬਰਫ਼ ਦੇ ਇੱਕ ਉੱਚੇ ਟਿੱਬੇ ਤੇ ਜਾ ਚੜ੍ਹਦਾ ਹੈ ਤੇ ਫਿਰ ਲਗਾਤਾਰ ਬਿਨਾਂ ਰੁਕੇ ਉੱਚੀ ਉੱਚੀ ਗਾਲਾਂ ਕੱਢ ਕੇ ਆਪਣੇ ਮਨ ਦੀ ਭੜਾਸ ਨੂੰ ਬਾਹਰ ਕੱਢਦਾ ਹੈ। ਪਰ ਉਸ ਸਮੇਂ ਗਲੇਸ਼ੀਅਰ ਦੇ ਉੱਪਰ ਬਰਫੀਲਾ ਤੂਫਾਨ ਇੰਨਾ ਜ਼ੋਰਦਾਰ ਸੀ ਕਿ ਉਸ ਦੇ ਸ਼ੋਰ ਵਿੱਚ ਉਸ ਦੀਆਂ ਇਹ ਗਾਲਾਂ ਵੀ ਗਵਾਚ ਜਾਂਦੀਆਂ ਹਨ। ਉਹਨੇ ਪਿਛਾਂਹ ਭੌਂ ਕੇ ਵੇਖਿਆ, ਸ਼ਹੀਦੀ ਦੀ ਫਸਲ ਬਰਫ਼ ਦੀ ਮਾਰ ਹੇਠ ਸੀ। ਪੁੱਠੀਆਂ ਗੱਡੀਆਂ ਹੋਈਆਂ ਰਾਈਫਲਾਂ ਹੌਲੀ ਹੌਲੀ ਬਰਫ਼ ਹੇਠ ਲੁਕ ਜਾਣਗੀਆਂ। ਬਰਫ਼ ਬਰਫ਼ ਬਰਫ਼। ਇਸ ਤੋਂ ਬਾਅਦ ਸੂਬੇਦਾਰ ਪੂਰਨ ਸਿੰਘ ਪਿੱਛੇ ਮੁੜ ਕੇ ਵੇਖਦਾ ਹੈ ਤਾਂ ਕੀ ਵੇਖਦਾ ਹੈ ਕਿ ਸ਼ਹੀਦੀ ਦੀ ਫਸਲ ਭਾਵ ਉਹਦੇ ਨਾਲ ਦੇ ਸ਼ਹੀਦ ਹੋਏ ਜਵਾਨ ਬਰਫ਼ ਦੀ ਮਾਰ ਹੇਠ ਸਨ। ਬਰਫ਼ ਉਹਨਾਂ ਦੇ ਉੱਪਰ ਡਿੱਗ ਰਹੀ ਸੀ। ਬੇਸ਼ੱਕ ਪੂਰਨ ਸਿੰਘ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਇੰਨੀ ਛੇਤੀ ਉਹਨਾਂ ਨੂੰ ਮਰਨ ਨਹੀਂ ਦੇਵੇਗਾ, ਉਹਨਾਂ ਨੂੰ ਮਿਟਣ ਨਹੀਂ ਦੇਵੇਗਾ। ਇਸ ਲਈ ਉਹਨਾਂ ਦੇ ਸਰਹਾਣੇ ਆਖਰੀ ਸਲੂਟ ਵਜੋਂ ਰਾਈਫਲਾਂ ਪੁੱਠੀਆਂ ਕਰਕੇ ਗੱਡ ਦਿੰਦਾ ਹੈ। ਪਰ ਉਹ ਕੀ ਵੇਖਦਾ ਹੈ ਕਿ ਪਹਿਲਾਂ ਉਹ ਸ਼ਹੀਦੀ ਦੀ ਫਸਲ ਬਰਫ਼ ਦੇ ਹੇਠ ਢੱਕੀ ਗਈ ਸੀ, ਭਾਵ ਉਹ ਸੈਨਿਕ ਬਰਫ਼ ਦੇ ਹੇਠ ਢੱਕੇ ਗਏ ਸਨ, ਤੇ ਹੁਣ ਹੌਲੀ ਹੌਲੀ ਉਹਨਾਂ ਦੇ ਸਰਹਾਣੇ ਗੱਡੀਆਂ ਹੋਈਆਂ ਪੁੱਠੀਆਂ ਰਾਈਫਲਾਂ ਵੀ ਬਰਫ਼ ਹੇਠ ਲੁਕ ਜਾਣੀਆਂ ਸਨ। ਤੇ ਇਸ ਤਰ੍ਹਾਂ ਫਿਰ ਹਰ ਪਾਸੇ ਉਹਨਾਂ ਸ਼ਹੀਦਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਹਿਣਾ ਸੀ ਤੇ ਫਿਰ ਗਲੇਸ਼ੀਅਰ ਦੇ ਉੱਪਰ ਚਾਰ ਚੁਫੇਰੇ ਬਰਫ਼ ਹੀ ਬਰਫ਼ ਨਜ਼ਰ ਆਉਣੀ ਸੀ। ਕਿਹਨੂੰ ਕਿੰਨੀ ਬਰਫ਼ ਚਾਹੀਦੀ ਸੀ ਇਹਦਾ ਕੋਈ ਹਿਸਾਬ ਨਹੀਂ ਸੀ। ਜਿੰਨੀ ਕੋ ਬਰਫ਼ ਦੋਹੀਂ ਪਾਸੇ ਪਈ ਹੋਈ ਸੀ ਇਹਦਾ ਵੀ ਕੋਈ ਹਿਸਾਬ ਨਹੀਂ ਸੀ। ਉਹ ਫੇਰ ਵੀ ਲੜ ਰਹੇ ਸਨ, ਬਰਫ਼ ਖਾਤਰ ਲੜ ਰਹੇ ਸਨ। ਇਹਨਾਂ ਸਤਰਾਂ ਵਿੱਚ ਲੇਖਕ ਅਪ੍ਰਤੱਖ ਰੂਪ ਵਿੱਚ ਬਰਫ਼ ਦੀ ਖਾਤਰ ਲੜ ਰਹੇ ਦੋ ਦੇਸ਼ਾਂ ਦੇ ਉੱਪਰ ਵਿਅੰਗ ਕੱਸਦਾ ਹੈ ਕਿ ਬਰਫ਼ ਦੇ ਖਾਤਰ ਦੋ ਦੇਸ਼ ਆਪਸ ਵਿੱਚ ਲੜ ਰਹੇ ਸਨ ਤੇ ਕਈ ਜਵਾਨਾਂ ਨੂੰ ਬਲੀ ਚੜਾ ਰਹੇ ਸਨ, ਪਰ ਦੋਨਾਂ ਦੇਸ਼ਾਂ ਦੇ ਪਾਸੇ ਬਰਫ਼ ਦਾ ਬਹੁਤ ਅੰਬਾਰ ਸੀ, ਕੋਈ ਬਰਫ਼ ਦਾ ਹਿਸਾਬ ਨਹੀਂ ਸੀ, ਬੇਹਿਸਾਬੀ ਬਰਫ਼ ਸੀ। ਪਰ ਫਿਰ ਵੀ ਉਸ ਦੀ ਸਮਝ ਤੋਂ ਇਹ ਗੱਲ ਬਾਹਰ ਸੀ ਕਿ ਆਖਰ ਦੋਹਾਂ ਦੇਸ਼ਾਂ ਨੂੰ ਕਿੰਨੀ ਕੁ ਬਰਫ਼ ਚਾਹੀਦੀ ਹੈ ਜਿਸ ਦੀ ਖਾਤਰ ਉਹ ਲੜ ਰਹੇ ਹਨ, ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਿਕਾਂ ਨੂੰ ਇਸ ਬਰਫ਼ ਦੇ ਗਲੇਸ਼ੀਅਰ ਰੂਪੀ ਦਾਨਵ ਦੀ ਭੇਂਟ ਚੜਾ ਰਹੇ ਹਨ। ਬਰਫ਼ ਦਾ ਤੂਫਾਨ ਪਹਿਲਾਂ ਵਾਂਗ ਹੀ ਮੂੰਹ ਜ਼ੋਰ ਸੀ,
ਪਰ ਜਿਹੜਾ ਤੂਫਾਨ ਉਹਦੇ ਅੰਦਰ ਜਾਗ ਪਿਆ ਸੀ ਉਹ ਬਾਹਰਲੇ ਤੂਫਾਨ ਨਾਲੋਂ ਕਿਤੇ ਵੱਡਾ ਸੀ। ਉਹ ਉੱਚੀ ਆਵਾਜ਼ ਵਿੱਚ ਚੀਕਿਆ, ਭੁੱਖਿਓ ਕਿੰਨੀ ਬਰਫ਼ ਚਾਹੀਦੀ ਹੈ ਤੁਹਾਨੂੰ। ਹੁਣ ਕੀ ਹੁੰਦਾ ਹੈ ਕਿ ਜੋ ਬਰਫ਼ ਦਾ ਗਲੇਸ਼ੀਅਰ ਸੀ ਉਹਦੇ ਉੱਪਰ ਬਰਫ਼ ਦਾ ਤੂਫਾਨ ਬਹੁਤ ਜ਼ੋਰਦਾਰ ਸੀ, ਪਰ ਲੇਖਕ ਇੱਥੇ ਪ੍ਰਤੱਖ ਕਰਦਾ ਹੈ ਕਿ ਸੂਬੇਦਾਰ ਪੂਰਨ ਸਿੰਘ ਦੇ ਅੰਦਰ ਜਿਹੜਾ ਤੂਫਾਨ ਪੈਦਾ ਹੁੰਦਾ ਹੈ ਉਹ ਇਸ ਤੂਫਾਨ ਤੋਂ ਵੀ ਵੱਡਾ ਸੀ। ਹੁਣ ਉਸ ਦੇ ਅੰਦਰ ਕਿਹੜਾ ਤੂਫਾਨ ਸੀ? ਉਸ ਦੇ ਅੰਦਰ ਤੂਫਾਨ ਸੀ ਦੋ ਦੇਸ਼ਾਂ ਦੇ ਵਿਰੁੱਧ, ਜੋ ਇਸ ਅਕਾਰਨ ਜਾਂ ਬਿਨਾਂ ਵਿਅਰਥ ਦੀ ਬਿਨਾਂ ਕਿਸੇ ਖਾਸ ਮਕਸਦ ਦੇ ਲੜੀ ਜਾ ਰਹੀ ਲੜਾਈ ਦੇ ਵਿਰੁੱਧ ਸੀ। ਉਸ ਨੂੰ ਬਰਫ਼ ਦੇ ਉੱਪਰ ਲੜੀ ਜਾ ਰਹੀ ਦੋਵਾਂ ਦੇਸ਼ਾਂ ਦੀ ਲੜਾਈ, ਬਰਫ਼ ਦੀ ਖਾਤਰ ਲੜੀ ਜਾ ਰਹੀ ਲੜਾਈ ਕੋਈ ਜ਼ਿਆਦਾ ਮਕਸਦਪੂਰਨ ਪ੍ਰਤੀਤ ਨਹੀਂ ਹੁੰਦੀ, ਤੇ ਇਸ ਤਰ੍ਹਾਂ ਉਹ ਅੰਦਰੋਂ ਅੰਦਰ ਇਸ ਲੜਾਈ ਦੇ ਵਿਰੁੱਧ ਮਹਿਸੂਸ ਕਰਦਾ ਹੈ, ਤੇ ਇਸ ਕਰਕੇ ਉੱਚੀ ਆਵਾਜ਼ ਵਿੱਚ ਚੀਕਦਾ ਹੋਇਆ ਦੋਹਾਂ ਦੇਸ਼ਾਂ ਨੂੰ ਭੁੱਖਿਓ ਕਹਿ ਕੇ ਸੰਬੋਧਿਤ ਕਰਦਾ ਹੈ ਤੇ ਸਵਾਲ ਕਰਦਾ ਹੈ ਕਿ ਆਖਰ ਦੋਹਾਂ ਦੇਸ਼ਾਂ ਦੇ ਅੰਦਰ ਇਸ ਬਰਫ਼ ਲਈ ਕਿੰਨੀ ਕੁ ਭੁੱਖ ਹੈ, ਉਹਨਾਂ ਨੂੰ ਕਿੰਨੀ ਕੁ ਬਰਫ਼ ਆਪਣੇ ਕਬਜ਼ੇ ਵਿੱਚ ਚਾਹੀਦੀ ਹੈ। ਉਹਦੇ ਸਵਾਲ ਦੇ ਜਵਾਬ ਵਿੱਚ ਤੂਫਾਨ ਜਿਵੇਂ ਇੱਕ ਛਿਣ ਲਈ ਖਲੋ ਗਿਆ। ਹੁਣ ਉਹਦਾ ਇਹ ਸਵਾਲ ਇੰਨਾ ਡੂੰਘਾ ਤੇ ਇੰਨਾ ਵੱਡਾ ਸੀ ਜੋ ਦੋ ਦੇਸ਼ਾਂ ਦੇ ਉੱਪਰ ਸਵਾਲੀਆ ਚਿੰਨ੍ਹ ਸੀ ਕਿ ਆਖਰ ਬਰਫ਼ ਦੀ ਖਾਤਰ ਹਜ਼ਾਰਾਂ ਸੈਨਿਕਾਂ ਦੀ ਕੁਰਬਾਨੀ ਕਿਉਂ। ਤਾਂ ਉਸਦੇ ਇਸ ਸਵਾਲ ਦੇ ਜਵਾਬ ਵਿੱਚ ਕੇਵਲ ਉਸ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਕੁਝ ਪਲਾਂ ਲਈ ਇਹ ਬਰਫ਼ ਦਾ ਤੂਫਾਨ ਵੀ ਰੁਕ ਗਿਆ ਹੋਵੇ। ਉਹ ਝੁਕ ਕੇ ਦਾਣਾ ਖੰਡ ਵਰਗੀ ਬਰਫ਼ ਸਾਹਮਣੇ ਝੱਟਣ ਲੱਗ ਪਿਆ, ਐ ਲਓ, ਹੋਰ ਲਓ, ਹੋਰ ਲਓ। ਤੇ ਇਸ ਤੋਂ ਬਾਅਦ ਫਿਰ ਉਹ ਕੀ ਕਰਦਾ ਹੈ ਕਿ ਉਸਦੇ ਮਨ ਅੰਦਰ ਉਪਜੇ ਤੂਫਾਨ ਦਾ ਵੇਗ ਇੰਨਾ ਪ੍ਰਚੰਡ ਹੋ ਜਾਂਦਾ ਹੈ ਕਿ ਉਹ ਵਿਰੋਧੀ ਦੇਸ਼ ਵੱਲ ਆਪਣੇ ਹੱਥਾਂ ਨਾਲ ਬਰਫ਼ ਸੁੱਟਣ ਲੱਗ ਪੈਂਦਾ ਹੈ ਕਿ ਐ ਲਓ ਬਰਫ਼, ਐ ਲਓ ਬਰਫ਼, ਤੇ ਹੋਰ ਲੈ ਲਓ ਬਰਫ਼ ਜਿੰਨੀ ਵੀ ਤੁਹਾਨੂੰ ਚਾਹੀਦੀ ਹੈ। ਉਹਨੂੰ ਅਚਾਨਕ ਜਿਵੇਂ ਕੁਝ ਯਾਦ ਆ ਗਿਆ, ਉਹਦੇ ਹੱਥ ਥਾਂ ਹੀ ਰੁਕ ਗਏ ਭਾਵ ਕਿ ਇੱਕਦਮ ਰੁਕ ਗਏ। ਉਹ ਇੱਕ ਛਿਣ ਅੱਧ ਝੁਕਿਆ ਜਿਹਾ ਖਲੋਤਾ ਰਿਹਾ ਤੇ ਫਿਰ ਮੁੜ ਪਿਛਲੇ ਪਾਸੇ ਬਰਫ਼ ਝੱਟਣ ਲੱਗ ਪਿਆ। ਪਹਿਲਾਂ ਉਹ ਆਪਣੇ ਵਿਰੋਧੀ ਦੇਸ਼ ਵੱਲ ਬਰਫ਼ ਝੱਟਦਾ ਹੈ ਤੇ ਉਹਨਾਂ ਨੂੰ ਭੁੱਖਿਓ ਦਰਸਾਉਂਦਾ ਹੋਇਆ ਬਰਫ਼ ਉਹਨਾਂ ਵੱਲ ਸੁੱਟਦਾ ਹੈ, ਪਰ ਫਿਰ ਉਹਨੂੰ ਇਹ ਯਾਦ ਆ ਜਾਂਦਾ ਹੈ ਕਿ ਬਰਫ਼ ਦਾ ਭੁੱਖਾ ਕੇਵਲ ਵਿਰੋਧੀ ਦੇਸ਼ ਨਹੀਂ, ਸ਼ਾਇਦ ਉਸਦਾ ਆਪਣਾ ਦੇਸ਼ ਵੀ ਇਸੇ ਬਰਫ਼ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਉਹਦੇ ਵਰਗੇ ਤੇ ਹੋਰ ਹਜ਼ਾਰਾਂ ਸੈਨਿਕਾਂ ਦੀ ਬਲੀ ਚੜਾ ਰਿਹਾ ਹੈ। ਇਸ ਲਈ ਉਹ ਆਪਣੇ ਦੇਸ਼ ਵੱਲ ਵਾਪਸ ਮੁੜਦਾ ਹੈ ਤੇ ਉਧਰ ਵੱਲ ਮੂੰਹ ਕਰਕੇ ਬਰਫ਼ ਸੁੱਟਣੀ ਸ਼ੁਰੂ ਕਰ ਦਿੰਦਾ ਹੈ। ਲਓ, ਤੁਸੀਂ ਵੀ ਭੁੱਖੇ ਹੋ, ਐ ਲਓ। ਤੇ ਫਿਰ ਉਹ ਇਹ ਸ਼ਬਦ ਕਹਿੰਦਾ ਹੈ ਕਿ ਉਹ ਵੀ ਭੁੱਖੇ ਹਨ। ਕੇਵਲ ਇੱਕ ਪਾਸਾ ਭੁੱਖਾ ਨਹੀਂ, ਬਲਕਿ ਦੋਵਾਂ ਦੇਸ਼ਾਂ ਦੇ ਹੁਕਮਰਾਨ, ਦੋਵੇਂ ਦੇਸ਼ ਬਰਫ਼ ਦੇ ਲਈ ਭੁੱਖੇ ਹਨ। ਉਹ ਬਰਫ਼ ਦੇ ਟਿੱਬੇ ਤੇ ਖਲੋਤਾ ਪਾਗਲਾਂ ਵਾਂਗ ਕਦੀ ਇੱਕ ਪਾਸੇ ਬਰਫ਼ ਸੁੱਟਣ ਲੱਗ ਪੈਂਦਾ ਤੇ ਕਦੀ ਦੂਜੇ ਪਾਸੇ। ਉਹ ਬੋਲੀ ਜਾ ਰਿਹਾ ਸੀ ਪਰ ਉਹਦੇ ਬੋਲ ਬਰਫ਼ ਵਿੱਚ ਹੀ ਠਰ ਰਹੇ ਸਨ, ਉਹਦੀ ਆਵਾਜ਼ ਕਿਤੇ ਨਹੀਂ ਸੀ ਪਹੁੰਚ ਰਹੀ। ਸੋ ਇੱਥੇ ਵੀ ਇੱਕ ਵਿਅੰਗ ਹੈ ਕਿ ਬੇਸ਼ੱਕ ਉਹ ਇੱਕ ਸੈਨਿਕ ਸੀ ਤੇ ਹੁਕਮ ਦਾ ਬੱਝਾ ਲੜ ਰਿਹਾ ਸੀ, ਪਰ ਉਸਨੂੰ ਇਹ ਲੜਾਈ ਕੋਈ ਅਰਥਪੂਰਨ ਲੜਾਈ ਪ੍ਰਤੀਤ ਨਹੀਂ ਹੁੰਦੀ, ਤੇ ਉਹ ਇਸ ਅਰਥਹੀਣ ਲੜਾਈ ਦੇ ਵਿਰੁੱਧ ਬੇਸ਼ੱਕ ਇੱਕ ਗਲੇਸ਼ੀਅਰ ਦੇ ਉੱਪਰ ਖਲੋਤਾ ਆਵਾਜ਼ ਉਠਾ ਰਿਹਾ ਸੀ, ਪਰ ਉਸਦੀ ਆਵਾਜ਼ ਕਿਤੇ ਵੀ ਪਹੁੰਚਣ ਵਾਲੀ ਨਹੀਂ ਸੀ। ਠੀਸ਼ੂ ਆਖਰੀ ਸਾਹ ਗਿਣ ਰਹੇ ਕਿਸੇ ਜ਼ਖਮੀ ਸਿਪਾਹੀ ਦੀ ਗੋਲੀ ਬਰਫ਼ ਦੀ ਚਾਦਰ ਪਾੜ ਕੇ ਉਹਦੇ ਆਰ ਪਾਰ ਹੋ ਗਈ। ਉਹ ਉੱਥੇ ਹੀ ਡਿੱਗ ਪਿਆ। ਉਹਨੇ ਉੱਠਣ ਦਾ ਯਤਨ ਕੀਤਾ ਤੇ ਮੁੜ ਢੇਰੀ ਹੋ ਗਿਆ। ਸੋ ਇਸੇ ਸਮੇਂ ਜਦੋਂ ਸੂਬੇਦਾਰ ਪੂਰਨ ਸਿੰਘ ਆਪਣੇ ਮਨ ਦੀ ਵੇਦਨਾ ਨੂੰ ਪ੍ਰਗਟ ਕਰ ਰਿਹਾ ਹੁੰਦਾ ਹੈ ਤਾਂ ਉਸੇ ਸਮੇਂ ਇੱਕ ਗੋਲੀ ਆਉਂਦੀ ਹੈ ਜੋ ਵਿਰੋਧੀ ਦੇਸ਼ ਦੇ ਕਿਸੇ ਜ਼ਖਮੀ ਸਿਪਾਹੀ ਦੀ ਸੀ, ਜੋ ਕਿ ਬਰਫ਼ ਦੀ ਚਾਦਰ ਹੇਠ ਪਿਆ ਹੋਇਆ ਸੀ ਤੇ ਆਖਰੀ ਸਾਹ ਗਿਣ ਰਿਹਾ ਸੀ। ਜਦੋਂ ਉਹ ਗੋਲੀ ਚਲਾਉਂਦਾ ਹੈ ਤਾਂ ਸੂਬੇਦਾਰ ਪੂਰਨ ਸਿੰਘ ਦੇ ਸਰੀਰ ਵਿੱਚ ਦੀ ਲੰਘ ਜਾਂਦੀ ਹੈ। ਉਹ ਉੱਥੇ ਹੀ ਡਿੱਗ ਜਾਂਦਾ ਹੈ। ਇੱਕ ਵਾਰ ਉੱਠਣ ਦਾ ਉਪਰਾਲਾ ਕਰਦਾ ਹੈ ਪਰ ਮੁੜ ਉਸੇ ਥਾਂ ਤੇ ਹੀ ਢੇਰੀ ਹੋ ਜਾਂਦਾ ਹੈ। ਹਾਂਜੀ, ਹੁਣ ਅਸੀਂ ਪੇਜ ਨੰਬਰ 82 ਦੇ ਡਿਫਿਕਲਟ ਵਰਡ ਮੀਨਿੰਗਸ ਡਿਸਕਸ ਕਰਾਂਗੇ। ਪਹਿਲਾ ਸ਼ਬਦ ਹੈ ਬੇਘਰੇ, ਜਿਨ੍ਹਾਂ ਦਾ ਕੋਈ ਘਰ ਨਾ ਹੋਵੇ। ਅਗਲਾ ਸ਼ਬਦ ਹੈ ਅਲਾਹੁਣੀਆਂ, ਭਾਵ ਕਿ ਵੈਣ ਜਾਂ ਕੀਰਨੇ ਜੋ ਕਿਸੇ ਦੀ ਮੌਤ ਉੱਪਰ ਪਾਏ ਜਾਂਦੇ ਹਨ। ਡੁਸਕਣ ਲੱਗ ਪਈ, ਹੌਲੀ ਹੌਲੀ ਆਵਾਜ਼ ਵਿੱਚ ਰੋਣ ਲੱਗ ਪਈ। ਦੇਹ ਨੂੰ, ਸਰੀਰ ਨੂੰ। ਰਿੜ ਗਈ, ਲੁੜਕ ਗਈ। ਨੈਕਸਟ ਵਰਡ ਹੈ ਸ਼ੈ ਸੀ, ਭਾਵ ਕਿ ਵਰਤੀ ਜਾਣ ਵਾਲੀ ਵਸਤੂ। ਹੁਣ ਅਸੀਂ ਇਸ ਸਫ਼ੇ ਦੇ ਉੱਪਰ ਡਿਸਕਸ਼ਨ ਕਰਾਂਗੇ। ਉਸ ਵੇਲੇ ਪਤਾ ਨਹੀਂ ਉਹ ਮਨੁੱਖ ਦੀ ਜ਼ਮੀਰ ਸੀ ਕਿ ਬਰਫ਼ਾਂ 'ਚ ਭਟਕਦੀ ਹੋਈ ਕੋਈ ਰੂਹ ਇੱਕ ਮੌਤ ਹੀ ਸੀ
ਜਿਹੜੀ ਉਸ ਬੇਘਰੇ ਨੂੰ ਆਪਣੇ ਘਰ ਰੱਖ ਸਕਦੀ ਸੀ ਤੇ ਉਹ ਮਰ ਗਿਆ। ਹਾਂਜੀ ਸਟੂਡੈਂਟਸ, ਹੁਣ ਇਹਨਾਂ ਸਤਰਾਂ ਨੂੰ ਬਹੁਤ ਗੌਰ ਨਾਲ ਵਾਚਣ ਦੀ ਲੋੜ ਹੈ। ਉਸ ਵੇਲੇ ਪਤਾ ਨਹੀਂ ਉਹ ਮਨੁੱਖ ਦੀ ਜ਼ਮੀਰ ਸੀ ਕਿ ਬਰਫਾਂ 'ਚ ਭਟਕਦੀ ਹੋਈ ਕੋਈ ਰੂਹ ਇੱਕ ਮੌਤ ਹੀ ਸੀ ਜਿਹੜੀ ਉਸ ਬੇਘਰੇ ਨੂੰ ਆਪਣੇ ਘਰ ਰੱਖ ਸਕਦੀ ਸੀ। ਹੁਣ ਇੱਥੇ ਬੇਘਰੇ ਸ਼ਬਦ ਕਿਹਦੇ ਵਾਸਤੇ ਵਰਤਿਆ ਗਿਆ ਹੈ? ਸੂਬੇਦਾਰ ਪੂਰਨ ਸਿੰਘ ਲਈ, ਕਿਉਂਕਿ ਜਿੰਨੀ ਦੇਰ ਉਹ ਲੜ ਰਿਹਾ ਸੀ ਉਨੀ ਦੇਰ ਉਹ ਇੱਕ ਦੇਸ਼ ਦਾ ਸੈਨਿਕ ਸੀ ਤੇ ਇਸ ਕਰਕੇ ਇੱਕ ਘਰ ਦਾ ਮਾਲਕ ਸੀ, ਪਰ ਮੌਤ ਉਪਰੰਤ ਉਹ ਬੇਘਰਾ ਹੋ ਗਿਆ ਸੀ। ਇੱਥੇ ਇਹ ਸੈਨਿਕਾਂ ਦੀ ਤਰਾਸਦੀ ਦੱਸੀ ਗਈ ਹੈ ਕਿ ਗਲੇਸ਼ੀਅਰ ਉੱਪਰ ਜੋ ਸੈਨਿਕ ਲੜਦੇ ਹਨ, ਜਿੰਨੀ ਦੇਰ ਉਹ ਲੜਦੇ ਹਨ ਉਹ ਘਰ ਦੇ ਮਾਲਕ ਹੁੰਦੇ ਹਨ, ਇੱਕ ਦੇਸ਼ ਦੇ ਸੈਨਿਕ ਹੁੰਦੇ ਹਨ, ਪਰ ਮੌਤ ਉਪਰੰਤ ਉਹਨਾਂ ਨੂੰ ਕੋਈ ਵੀ ਦੇਸ਼ ਸਵੀਕਾਰ ਨਹੀਂ ਕਰਦਾ, ਭਾਵ ਕਿ ਉਹ ਉੱਥੇ ਹੀ ਪਏ ਰਹਿੰਦੇ ਹਨ, ਉਹਨਾਂ ਦੀਆਂ ਲਾਸ਼ਾਂ ਨੂੰ ਸੰਭਾਲਣ ਦਾ ਵੀ ਕੰਮ ਨਹੀਂ ਕੀਤਾ ਜਾਂਦਾ। ਤੇ ਇਸ ਤਰ੍ਹਾਂ ਜਦੋਂ ਗਲੇਸ਼ੀਅਰ ਦੇ ਉੱਪਰ ਇੱਕ ਲੜਦਾ ਹੋਇਆ, ਜੂਝਦਾ ਹੋਇਆ, ਸੰਘਰਸ਼ ਕਰਦਾ ਹੋਇਆ ਸੈਨਿਕ ਮੌਤ ਦੇ ਮੂੰਹ 'ਚ ਜਾ ਪੈਂਦਾ ਹੈ ਤਾਂ ਉਸ ਸਮੇਂ ਉਸਦਾ ਆਪਣਾ ਹੀ ਦੇਸ਼ ਉਸ ਲਈ ਉਸਦਾ ਦੇਸ਼ ਨਹੀਂ ਰਹਿ ਜਾਂਦਾ, ਭਾਵ ਕਿ ਕਿਸੇ ਵੀ ਦੇਸ਼ ਦਾ ਸੈਨਿਕ ਨਹੀਂ ਰਹਿ ਜਾਂਦਾ, ਉਹ ਬੇਘਰਾ ਹੋ ਜਾਂਦਾ ਹੈ ਤੇ ਉਸਦਾ ਘਰ ਕੇਵਲ ਮੌਤ ਬਣ ਕੇ ਰਹਿ ਜਾਂਦੀ ਹੈ, ਭਾਵ ਕਿ ਫਿਰ ਉਸਨੂੰ ਮੌਤ ਹੀ ਸੰਭਾਲਦੀ ਹੈ ਜਾਂ ਮੌਤ ਦੀ ਗੋਦ ਵਿੱਚ ਹੀ ਉਸਨੂੰ ਘਰ ਨਸੀਬ ਹੁੰਦਾ ਹੈ ਤੇ ਉਹ ਮਰ ਗਿਆ। ਗਲੇਸ਼ੀਅਰਾਂ ਦੀ ਚੀਕਾਂ ਮਾਰਦੀ ਤੇਜ਼ ਹਵਾ ਅਲਾਹੁਣੀਆਂ ਗਾਉਂਦੀ ਹੌਲੀ ਹੌਲੀ ਡੁਸਕਣ ਲੱਗ ਪਈ। ਹੁਣ ਸੂਬੇਦਾਰ ਪੂਰਨ ਸਿੰਘ ਦੀ ਮੌਤ ਤੋਂ ਬਾਅਦ ਦਾ ਜੋ ਮਾਹੌਲ ਹੈ ਉਸ ਨੂੰ ਲੇਖਕ ਆਪਣੀ ਕਲਪਨਾ ਸ਼ਕਤੀ ਦੇ ਆਧਾਰ ਤੇ ਭਾਵੁਕ ਲਹਿਜ਼ੇ ਵਿੱਚ ਬਿਆਨ ਕਰ ਰਿਹਾ ਹੈ ਕਿ ਉਸ ਸੁਨਸਾਨ ਗਲੇਸ਼ੀਅਰ ਦੇ ਉੱਪਰ ਇਹਨਾਂ ਮਰੇ ਹੋਏ ਸੈਨਿਕਾਂ ਦੀ ਖਾਤਰ ਕੋਈ ਰੋਣ ਵਾਲਾ, ਕੀਰਨੇ ਪਾਉਣ ਵਾਲਾ ਨਹੀਂ ਸੀ, ਉਹਨਾਂ ਨੂੰ ਸਾਂਭਦੀ ਵੀ ਕੁਦਰਤ ਹੀ ਸੀ। ਸੈਨਿਕਾਂ ਦੀਆਂ ਲਾਸ਼ਾਂ ਨੂੰ ਸਾਂਭਦੀ ਬਰਫ਼ ਸੀ ਤੇ ਉਹਨਾਂ ਦੀ ਮੌਤ ਤੇ ਕੀਰਨੇ ਕੌਣ ਪਾਉਂਦੀ ਸੀ? ਉੱਥੇ ਵਗਦੀ ਹੋਈ ਤੇਜ਼ ਹਵਾ। ਸੋ ਲੇਖਕ ਇਹੀ ਮਹਿਸੂਸ ਕਰਦਾ ਹੈ ਕਿ ਇਸ ਤਰ੍ਹਾਂ ਇਹਨਾਂ ਸੈਨਿਕਾਂ ਦਾ ਘਰ ਮੌਤ ਬਣ ਜਾਂਦੀ ਸੀ ਤੇ ਉਸ ਗਲੇਸ਼ੀਅਰ ਦੇ ਉੱਪਰ ਬਰਫ਼ ਹੀ ਇਹਨਾਂ ਨੂੰ ਸਾਂਭਦੀ ਸੀ, ਇਸ ਕਰਕੇ ਉੱਥੇ ਇਹਨਾਂ ਦਾ ਘਰ ਬਣ ਜਾਂਦਾ ਸੀ ਤੇ ਇਹਨਾਂ ਦੀ ਮੌਤ ਤੇ ਸੱਥਰ ਵਿਛਾ ਕੇ ਕੋਈ ਹੋਰ ਨਹੀਂ ਬਹਿੰਦਾ ਸੀ, ਬਲਕਿ ਗਲੇਸ਼ੀਅਰ ਦੇ ਉੱਪਰ ਵਗਦੀ ਤੇਜ਼ ਹਵਾ ਹੀ ਸੋਗ ਮਨਾਉਂਦੀ ਸੀ ਤੇ ਇੰਜ ਲੱਗਦਾ ਸੀ ਕਿ ਜਿਵੇਂ ਉਹ ਪਹਿਲਾਂ ਅਲਾਹੁਣੀਆਂ ਭਾਵ ਕੀਰਨੇ ਗਾਉਂਦੀ ਹੈ ਤੇ ਫਿਰ ਹੌਲੀ ਹੌਲੀ ਚੀਕਾਂ ਮਾਰ ਕੇ ਤੇ ਡੁਸਕਣ ਲੱਗ ਪੈਂਦੀ ਹੈ, ਭਾਵ ਇਹਨਾਂ ਦੇ ਸੈਨਿਕਾਂ ਦੀ ਮੌਤ ਤੇ ਰੋਂਦੀ ਹੈ। ਬਰਫ਼ ਉਹਦੀ ਦੇਹ ਨੂੰ ਹੌਲੀ ਹੌਲੀ ਢੱਕ ਰਹੀ ਸੀ। ਅਚਨਚੇਤੀ ਬਰਫ਼ ਉਹਦੇ ਇੱਕ ਪਾਸਿਓਂ ਹੇਠਾਂ ਬੈਠ ਗਈ, ਟਿੱਲੇ ਉੱਤੇ ਪਈ ਉਹਦੀ ਮੁਰਦਾ ਦੇਹੀ ਟੇਢੀ ਹੋ ਗਈ ਤੇ ਫਿਰ ਦੁਸ਼ਮਣ ਵਾਲੇ ਪਾਸੇ ਰਿੜ ਗਈ। ਹੁਣ ਅੱਗੇ ਲੇਖਕ ਨੇ ਕੀ ਬਿਆਨ ਕੀਤਾ ਹੈ ਕਿ ਸੂਬੇਦਾਰ ਪੂਰਨ ਸਿੰਘ ਦੀ ਦੇਹ ਜੋ ਮੁਰਦਾ ਦੇਹ ਸੀ ਉਹ ਗਲੇਸ਼ੀਅਰ ਦੇ ਉੱਪਰ ਪਈ ਸੀ ਤੇ ਬਾਕੀ ਸੈਨਿਕਾਂ ਵਾਂਗ ਉਸ ਦੀ ਦੇਹ ਨੂੰ ਵੀ ਸੰਭਾਲਣ ਦਾ ਕੰਮ ਹੁਣ ਬਰਫ਼ ਹੀ ਕਰ ਰਹੀ ਸੀ। ਬਰਫ਼ ਉਹਦੇ ਸਰੀਰ ਨੂੰ ਢੱਕ ਰਹੀ ਸੀ, ਪਰ ਅਚਾਨਕ ਬਰਫ਼ ਇੱਕ ਪਾਸਿਓਂ ਹੇਠਾਂ ਨੂੰ ਥੋੜਾ ਬੈਠ ਗਈ। ਬਰਫ਼ ਦੇ ਬੈਠਣ ਨਾਲ ਉਹਦੀ ਟਿੱਲੇ ਉੱਤੇ ਜਾਂ ਬਰਫ਼ ਦੇ ਟਿੱਬੇ ਉੱਤੇ ਜੋ ਮੁਰਦਾ ਦੇਹੀ ਸੀ ਉਹ ਟੇਢੀ ਹੋ ਗਈ ਤੇ ਟੇਢੀ ਹੋ ਕੇ ਦੁਸ਼ਮਣ ਵਾਲੇ ਪਾਸੇ ਨੂੰ ਲੁੜਕ ਗਈ, ਭਾਵ ਹੁਣ ਉਹ ਸੈਨਿਕ ਜੋ ਆਪਣੇ ਦੇਸ਼ ਦੀ ਖਾਤਰ ਲੜਿਆ ਸੀ ਉਸ ਦਾ ਸਰੀਰ ਆਪਣੇ ਦੇਸ਼ ਦੀ ਹੱਦ ਵਿੱਚ ਨਹੀਂ ਸੀ, ਉਹ ਵਿਰੋਧੀ ਦੁਸ਼ਮਣ ਦੇਸ਼ ਵਾਲੇ ਪਾਸੇ ਰਿੜ ਗਿਆ ਸੀ। ਉਹ ਰਿੜ ਕੇ ਇਧਰਲੇ ਪਾਸੇ ਵੀ ਆ ਜਾਂਦਾ ਤਾਂ ਕੋਈ ਫਰਕ ਨਹੀਂ ਸੀ ਪੈਣਾ, ਉਹ ਵਰਤਣ ਵਾਲੀ ਸ਼ੈ ਸੀ ਤੇ ਵਰਤਿਆ ਜਾ ਚੁੱਕਾ ਸੀ। ਹੁਣ ਇਹਨਾਂ ਸਤਰਾਂ ਦੇ ਵਿੱਚ ਲੇਖਕ ਨੇ ਸੈਨਿਕਾਂ ਦੀ ਹੋਣੀ ਨੂੰ ਬੜੇ ਹੀ ਭਾਵੁਕ ਲਹਿਜ਼ੇ ਵਿੱਚ ਬਿਆਨ ਕੀਤਾ ਹੈ ਕਿ ਬੇਸ਼ੱਕ ਸੂਬੇਦਾਰ ਪੂਰਨ ਸਿੰਘ ਦੀ ਲਾਸ਼ ਦੁਸ਼ਮਣ ਵਾਲੇ ਪਾਸੇ ਰਿੜਨ ਦੀ ਬਜਾਏ ਆਪਣੇ ਦੇਸ਼ ਵਾਲੇ ਪਾਸੇ ਵੀ ਰਿੜ ਜਾਂਦੀ ਤਾਂ ਇਹਦੇ ਨਾਲ ਵੀ ਕੋਈ ਅੰਤਰ ਨਹੀਂ ਸੀ ਪੈਣਾ, ਕੋਈ ਫਰਕ ਨਹੀਂ ਸੀ ਪੈਣਾ, ਕਿਉਂਕਿ ਉਸ ਦੀ ਲਾਸ਼ ਨੂੰ ਕਿਸੇ ਨੇ ਵੀ ਨਹੀਂ ਸੰਭਾਲਣਾ ਸੀ। ਉਸ ਦੀ ਲਾਸ਼ ਨੇ, ਉਸ ਦੇ ਸਰੀਰ ਨੇ ਬਰਫ਼ ਦੀ ਭੇਟ ਹੀ ਚੜ੍ਹਨਾ ਸੀ, ਚਾਹੇ ਉਹ ਆਪਣੇ ਦੇਸ਼ ਵਾਲੇ ਪਾਸੇ ਚੜ੍ਹ ਜਾਂਦਾ ਜਾਂ ਕਿਸੇ ਦੂਜੇ ਦੇਸ਼ ਦੀ ਬਰਫ਼ ਵੱਲ ਜਾ ਕੇ ਚੜ੍ਹ ਜਾਂਦਾ। ਇਸ ਤੋਂ ਇਲਾਵਾ ਲੇਖਕ ਨੇ ਇਹ ਵੀ ਪ੍ਰਤੱਖ ਕੀਤਾ ਹੈ ਕਿ ਉਹ ਵਰਤਣ ਵਾਲੀ ਸ਼ੈ ਸੀ ਤੇ ਵਰਤਿਆ ਜਾ ਚੁੱਕਾ ਸੀ, ਭਾਵ ਕਿ ਉਹ ਇੱਕ ਅਜਿਹਾ ਸੈਨਿਕ ਸੀ ਜੋ ਗਲੇਸ਼ੀਅਰ ਦੀ ਖਾਤਰ ਦੇਸ਼ ਵੱਲੋਂ ਵਰਤਿਆ ਜਾਣ ਵਾਲੀ ਇੱਕ ਵਸਤੂ ਸੀ, ਵਰਤੀ ਜਾਣ ਵਾਲੀ ਇੱਕ ਸ਼ੈ ਤੋਂ ਵੱਧ ਕੁਝ ਨਹੀਂ ਸੀ ਤੇ ਇਸ ਤਰ੍ਹਾਂ
ਉਹ ਗਲੇਸ਼ੀਅਰ ਦੀ ਖਾਤਰ ਹੋ ਰਹੀ ਲੜਾਈ ਦੇ ਵਿੱਚ ਕੁਰਬਾਨੀ ਲਈ ਭੇਜਿਆ ਗਿਆ ਸੀ ਤੇ ਹੁਣ ਉਹ ਕੁਰਬਾਨ ਹੋ ਚੁੱਕਾ ਸੀ। ਸੋ ਡੀਅਰ ਸਟੂਡੈਂਟਸ, ਅੱਜ ਬਰਫ਼ ਦਾ ਦਾਨਵ ਕਹਾਣੀ ਦੀ ਰੀਡਿੰਗ ਨੂੰ ਅਸੀਂ ਸਮਾਪਤ ਕੀਤਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕਹਾਣੀ ਨੂੰ ਥੋਰਲੀ ਖੁਦ ਰੀਡ ਕਰੋਗੇ। ਧੰਨਵਾਦ।